PTV ਕੈਨੇਡਾ ਦੀ ਸਾਰੀ ਟੀਮ ਵੱਲੋਂ ਆਪ ਸਭ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਅਮਨਦੀਪ ਲੈ ਕੇ ਹਾਜ਼ਰ ਹਾਂ ਅੱਜ ਇੱਕ ਨਵਾਂ ਸ਼ੋਅ ਜਿਸ ਦਾ ਨਾਮ ਹੈ ਫਿਟਨੈਸ ਬੂਸਟਰ। ਤੇ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਅਜਿਹੀ ਵਿਲੱਖਣ ਸ਼ਖਸੀਅਤ ਜਿਨ੍ਹਾਂ ਨੂੰ ਤੁਸੀਂ ਸੁਪਰ ਮੌਮ, ਸੁਪਰ ਵਾਈਫ ਜਾਂ ਸੁਪਰ ਵੂਮਨ ਵੀ ਕਹਿ ਸਕਦੇ ਹੋ। ਵੈਲਕਮ ਸੈਂਡੀ ਦੋਸਾਂਝ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕਾਂ ਨੂੰ ਥੈਂਕ ਯੂ ਹੈਵਿੰਗ ਮੀ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕਿੱਦਾਂ ਆਪਣੀ ਰੈਜ਼ੀਲੀਅੰਸ ਆ ਜਿਹੜੀ ਉਹ ਬਿਲਡ ਕੀਤੀ। ਤੁਹਾਨੂੰ ਕਿੱਦੋਂ ਲੱਗਾ ਕਿ ਹਾਂ ਨਾਓ ਆਮ ਅ ਜਿਮ ਫਰੀਕ, ਮੈਂ ਇਹ ਤੋਂ ਬਿਨਾਂ ਰਹਿ ਨਹੀਂ ਸਕਦੀ ਤੇ ਮੈਂ ਇਹ ਕਰਨਾ ਹੀ ਕਰਨਾ। ਮੇਰੀ ਐਕਚੁਅਲੀ ਇੰਟਰੋਡਕਸ਼ਨ ਜਿਮ ਨੂੰ ਇੰਨੀ ਵਧੀਆ ਨਹੀਂ ਸੀ ਕਿਉਂਕਿ ਮੈਂ ਪੰਜਾਬ ਦੀ ਜੰਪਲ ਆ, ਕਦੀ ਕੋਈ ਸਪੋਰਟਸ ਨਹੀਂ ਖੇਡੀ ਸੀ, ਕਦੇ ਜਿਮ ਨਹੀਂ ਦੇਖੀ ਸੀ। ਸੋ ਕੈਲ ਇੱਥੋਂ ਦੇ ਬੌਂਡ ਸੀ, ਉਹਨਾਂ ਨੇ ਮੈਨੂੰ ਇੰਟਰੋਡਿਊਸ ਕੀਤਾ ਜਦੋਂ ਮੈਂ ਨਵੀਂ ਕੈਨੇਡਾ 'ਚ ਆਈ। ਉਹ ਮੈਨੂੰ ਜਿਮ ਲੈ ਕੇ ਗਏ ਸੀਗੇ। ਸੋ ਮੇਰਾ ਪਹਿਲਾ ਐਕਚੁਅਲੀ ਐਕਸਪ੍ਰੈਸ਼ਨ ਵਾਜ਼ ਨਾਟ ਗੁੱਡ। ਮੈਂ ਸੋਚਦੀ ਸੀ ਕਿ ਮੈਂ ਕਿੱਥੇ ਆ ਗਈ ਹਾਂ। ਆਈ ਡਿਡ ਨਾਟ ਨੋ ਐਨੀਥਿੰਗ ਵਾਟ ਟੂ ਡੂ। ਸੋ ਮੈਂ ਟ੍ਰੈਡਮਿਲ ਤੋਂ ਸ਼ੁਰੂ ਕੀਤਾ ਸੀਗਾ। ਪਰ ਜੇ ਤੁਸੀਂ ਮੇਰਾ ਅਸਲੀ ਪੈਸ਼ਨ ਬਾਰੇ ਪੁੱਛਣਾ ਮੰਗਦੇ ਆ, ਉਹ ਸ਼ੁਰੂ ਹੋਇਆ ਆਫਟਰ ਹੈਵਿੰਗ 2 ਕਿਡਸ। ਮੈਂ ਆਪਣਾ ਭਾਰ ਲੂਜ਼ ਕਰਨਾ ਮੰਗਦੀ ਸੀ, ਉੱਥੇ ਮੇਰਾ ਪੈਸ਼ਨ ਸ਼ੁਰੂ। ਕਿੱਦਾਂ ਸੀ ਕਿ ਤੁਹਾਨੂੰ ਕਿੱਦਾਂ ਫੀਲ ਹੋਇਆ ਕਿ ਮੈਂ ਇਨਸਿਕਿਉਰ ਹਾਂ ਤੇ ਮੈਨੂੰ ਥੋੜਾ ਚੇਂਜ ਕਰਨਾ ਚਾਹੀਦਾ ਕਿ ਯੂ ਵਰ ਲਾਈਕ ਨੋ ਆਮ ਗੋਣਾ ਗੋ ਬੀ ਅ ਜਿਮ ਫਰੀਕ ਰਾਈਟ ਨਾਓ? ਆਫਟਰ ਬੱਚਿਆਂ ਤੋਂ ਬਾਅਦ ਦੋਨੇ ਚੀਜ਼ਾਂ ਸੀ। ਮੈਂ ਇਨਸਿਕਿਉਰ ਵੀ ਸੀ, ਪੰਜਾਬ ਦੀ ਜੰਪਲ ਸੀ। ਜਦੋਂ ਮੈਂ ਐਕਚੁਅਲੀ ਜਿਮ ਵਿੱਚ ਹੋਰ ਲੋਕਾਂ ਨੂੰ ਐਕਸਰਸਾਈਜ਼ ਕਰਦੇ ਦੇਖਦੀ ਸੀ, ਮੈਨੂੰ ਲੱਗਦਾ ਸੀ ਮੈਂ ਇਹ ਕੁਛ ਨਹੀਂ ਕਰ ਸਕਦੀ। ਆਈ ਐਮ ਨਾਟ ਓਪਨ ਟੂ ਡੂ ਦੈਟ ਆਈਦਰ। ਪਰ ਹੌਲੀ ਹੌਲੀ ਇੱਕ ਗੱਲ ਆ, ਕੰਸਿਸਟੈਂਸੀ, ਡਿਸਿਪਲਿਨ ਵਿਲ ਟੇਕ ਯੂ ਦੇਅਰ। ਹਾਂਜੀ, ਇਹ ਡਿਸਿਪਲਿਨ ਜਿਹਦੇ ਆਪਾਂ ਗੱਲ ਕਰਦੇ ਆ, ਇਹ ਬਿਲਡ ਹੋਇਆ ਓਵਰ ਦ ਟਾਈਮ ਕਿ ਪਹਿਲਾਂ ਹੀ ਜਿੱਦਾਂ ਕਈ ਲੋਕੀ ਹੁੰਦੇ ਆ ਕਿ ਉਹ ਬਹੁਤ ਡਿਸਿਪਲਿਨ ਹੁੰਦੇ ਆ ਵਿਦ देयर ਲਾਈਫ ਐਂਡ ਦੈਨ ਦੇ ਟੇਕ ਦੈਟ ਡਿਸਿਪਲਿਨ। ਉਹ ਮਤਲਬ ਜੋ ਕੰਮ ਕਰਦੇ ਆ ਉਹ ਡਿਸਿਪਲਿਨ ਨੂੰ ਇੰਪਲੀਮੈਂਟ ਕਰਦੇ ਆ। ਉਹ 'ਚ ਕਈ ਹੁੰਦੇ ਕਿ ਦੇ ਆਰ ਨਾਟ ਦੈਟ ਡਿਸਿਪਲਿਨਡ ਬਟ ਵਨ ਦੇ ਡੂ ਸਮਥਿੰਗ they will be like totally freakish disciplined in everything, right? So ਕਿੱਦਾਂ ਕੀਤਾ ਤੁਸੀਂ ਡਿਵੈਲਪ? ਮੈਂ ਐਕਚੁਅਲੀ ਦੂਜੀ ਕੈਟਾਗਰੀ ਵਿੱਚ ਸੀ। ਮੈਂ ਬਿਲਕੁਲ ਵੀ ਡਿਸਪਲਿਨਰੀ ਨਹੀਂ ਸੀਗੀ। ਪਰ ਜਦੋਂ ਮੈਂ ਜਾਣਾ ਸ਼ੁਰੂ ਕੀਤਾ, ਸਪੈਸ਼ਲੀ ਆਫਟਰ ਹੈਵਿੰਗ 2 ਕਿਡਸ, ਆਪਣਾ ਭਾਰ ਲੂਜ਼ ਹੁੰਦੇ ਦੇਖਿਆ, ਬਾਡੀ ਵਿੱਚ ਚੇਂਜਸ ਆਉਂਦੀਆਂ ਹੋਈਆਂ ਦੇਖਿਆ, ਉਹਨੇ ਮੈਨੂੰ ਮੋਟੀਵੇਟ ਕੀਤਾ। ਹਾਂਜੀ। But how your family reacted? Obviously Cal was always there to help you out, right? But you know there's always some tits and tats. So how was that? We want to know about that. ਐਕਚੁਅਲੀ ਮੇਰੀ ਫੈਮਿਲੀ ਨਾ, ਤੁਹਾਨੂੰ ਪਤਾ ਹੀ ਆ ਪੰਜਾਬੀਆਂ ਦਾ ਹੁੰਦਾ, ਤੂੰ ਭਾਰ ਲੂਜ਼ ਕਰ ਲਿਆ, ਤੇਰਾ ਬਣ ਕੀ ਗਿਆ ਆ, ਤੂੰ ਤਾਂ ਬਹੁਤ ਪਤਲੀ ਹੋ ਗਈ ਆ, ਤੂੰ ਤਾਂ ਬਹੁਤ ਮਾੜੀ ਹੋ ਗਈ ਆ, ਸੋ ਤੈਨੂੰ ਕੁਝ ਖਾਣ ਨੂੰ ਨਹੀਂ ਦਿੰਦੇ। ਹਾਂ, ਇਹ ਰਿਐਕਸ਼ਨ ਸੀਗਾ ਮੇਰੇ ਮਮ ਹੁਣਾਂ ਦਾ ਸੀਗਾ, ਜਿਹੜੇ ਸਪੈਸ਼ਲੀ ਪੰਜਾਬ ਵਿੱਚ ਨੇ, ਹਜੇ ਵੀ ਪੰਜਾਬ ਵਿੱਚ ਨੇ। ਉਹਨਾਂ ਨੂੰ ਥੋੜ੍ਹਾ ਜਿਹਾ ਲੱਗਾ ਕਿ ਮੈਂ ਬਹੁਤ ਪਤਲੀ ਹੋ ਗਈ ਹਾਂ, ਪਰ ਮੇਰੇ ਲਈ ਇਹ ਬਹੁਤ ਹੈਲਥੀ ਸੀ ਕਿ ਮੈਂ ਆਪਣਾ ਗੋਲ ਅਚੀਵ ਕੀਤਾ। ਫੈਮਿਲੀ ਲਈ ਯੈਸ, देयर वाज एक्चुअली How was Cal's reaction? Cal was happy, of course. He's good. the one who introduced me in the gym, but especially ਸਭ ਤੋਂ ਵੱਡਾ ਸ਼ੌਕ ਮੇਰੀ ਫੈਮਿਲੀ ਨੂੰ ਉਦੋਂ ਲੱਗਾ ਜਦੋਂ ਮੈਂ ਬੋਡੀ ਬਿਲਡਿੰਗ ਸਟੇਜ ਤੇ। ਹਾਂਜੀ। ਦੇਖੋ ਜੀ, ਉਤਾਰ ਚੜਾਓ ਤਾਂ ਆਉਂਦੇ ਰਹਿੰਦੇ ਆ ਹਨਾ, ਪਰ ਮੋਸਟਲੀ ਜਿਹੜੇ ਕੀ ਲੋਕੀ ਹੁੰਦੇ ਆ ਉਹ ਆਪਣੀ ਸਕਸੈਸ ਵੱਲ ਦੇਖਦੇ ਆ। they don't look at the drawbacks, they don't look at the dark side. So ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਆ ਕਿ ਜਿਹੜੀ ਡਾਰਕ ਸਾਈਡ ਸੀ, ਜਿਹੜਾ ਡਾਰਕ ਫੇਸ ਸੀਗਾ ਇਸ ਤੁਹਾਡੀ ਫੀਲਡ ਦਾ, ਤੁਸੀਂ ਕਿੱਦਾਂ ਓਵਰਕਮ ਕੀਤਾ? ਕੀ ਸੀਗਾ ਉਹ ਡਾਰਕ ਫੇਸ ਤੇ ਕੌਣ ਸੀ ਜਿਹਨੇ ਤੁਹਾਨੂੰ ਮਤਲਬ ਹੈਲਪ ਕੀਤੀ ਉੱਭਰਨ ਲਈ ਇਸ ਚੀਜ਼? ਬਿਲਕੁਲ, ਮੈਨੂੰ ਹਜੇ ਵੀ ਯਾਦ ਆ ਜਦੋਂ ਮੇਰੇ 2 ਬੱਚੇ ਹੋ ਗਏ, ਦੋਨੇ 2 ਸਾਲ ਦੇ ਵਿੱਚ ਹੋ ਗਏ, 2 ਸੀ ਸੈਕਸ਼ਨ ਸੀਗੇ। ਔਨ ਟੌਪ ਆਫ ਦੈਟ ਆਈ ਗੇਨ 60 to 70 ਪਾਊਂਡ। ਮੈਂ ਆਈ ਆਲਵੇਜ਼ ਲਿਵ ਇਨ ਐਕਸਟੈਂਡਡ ਫੈਮਿਲੀ। ਅਸੀਂ ਹਜੇ ਵੀ ਸਾਰੇ ਇਕੱਠੇ ਰਹਿੰਦੇ ਹਾਂ, ਮਮ, ਡੈਡ, ਕੈਲ ਦਾ ਬ੍ਰਦਰ, ਹਿਸ ਫੈਮਿਲੀ। ਸੋ ਕਈ ਵਾਰੀ ਮੈਨੂੰ ਬਹੁਤ ਹੁੰਦਾ ਸੀਗਾ ਕਿ ਮੇਰੇ ਕੋਲ ਜਿਮ ਨਹੀਂ ਜਾ ਹੁੰਦਾ ਸੀਗਾ। ਸੋ ਮੈਨੂੰ ਹਜੇ ਵੀ ਯਾਦ ਆ, ਮੈਂ ਸਵੇਰ ਨੂੰ ਐਫਰਟ ਕਰਨੀ ਕਿ ਨਿਆਣੇ ਸੁੱਤੇ ਹੋਏ ਆ, ਛੋਟੇ ਸੀਗੇ, ਮੈਂ 4 ਵਜੇ ਉੱਠ ਕੇ ਜਾਣਾ। ਇੰਨਾ ਕੁ ਡਿਸਿਪਲਿਨ ਬਣ ਗਿਆ ਸੀ। ਤੇ ਕਈ ਦਿਨ ਇੱਦਾਂ ਵੀ ਹੁੰਦੇ ਸੀ, ਮੈਂ ਫੀਲ ਕਰਦੀ ਹੁੰਦੀ ਸੀ ਕਿ ਮੈਂ ਕਰ ਕੀ ਰਹੀ ਹਾਂ। ਮੈਨੂੰ ਯਾਦ ਆ ਕਿ ਜਦੋਂ ਮੈਂ ਆਪਣੀ ਪਹਿਲੀ ਵਾਰੀ ਕੰਪੀਟੀਸ਼ਨ ਲਈ ਡਾਈਟ ਸ਼ੁਰੂ ਕੀਤੀ, ਮੇਰੇ ਕੋਚ ਨੇ ਮੈਨੂੰ ਡਾਈਟ ਦਿੱਤੀ। ਕਾਫੀ ਦਿਨ ਸੀ ਜਿੱਥੇ ਮੈਂ ਵਾਸ਼ਰੂਮ 'ਚ ਅੰਦਰ ਇਕੱਲੀ ਨੇ ਬੈਠ ਕੇ ਰੋਈ ਕਿ ਵਾਈ ਆਮ ਡੂਇੰਗ ਦਿਸ, ਇਟਸ ਨਾਟ ਈਜ਼ੀ ਦੋ। ਪਰ ਇਹ ਆ ਕਿ ਕੈਲ ਨੇ, ਉਹਨੇ ਮੈਨੂੰ ਆਲਵੇਜ਼ ਹੀ ਬਹੁਤ ਹੌਸਲਾ ਦਿੱਤਾ ਕਿ ਨਹੀਂ ਤੂੰ ਕਰ ਸਕਦੀ ਆ। ਬਾਕੀ ਵੀ ਪਲੇਅਰ ਹੈਗੇ ਆ, ਡਿਸਿਪਲਿਨ, ਕੰਸਿਸਟੈਂਸੀ, ਐਂਡ ਆਈ ਕੈਪਟ ਗੋਇੰਗ।
Nice. That's a nice thing for having a really good life partner, a companion, because ਜਦੋਂ ਉਹ ਤੁਹਾਨੂੰ ਹੈਲਪ ਕਰਦੇ ਆ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਆ, ਰਾਈਟ? ਐਂਡ ਰਾਈਟ ਨਾਓ ਸਿਚੁਏਸ਼ਨ ਇੱਦਾਂ ਦੀਆਂ ਕੋਵਿਡ ਕਰਕੇ ਕਿ ਮੋਸਟ ਆਫ ਦ ਜਿਹੜੀਆਂ ਆਪਣੀਆਂ ਹਾਊਸ ਵਾਈਫ ਲੇਡੀਜ਼ ਨੇ, ਰਾਈਟ, ਉਹ ਥੋੜਾ ਜਿਹਾ ਰੈਜ਼ਿਸਟ ਕਰਦੀਆਂ ਨੇ ਜਿਮਸ ਜਾਣ ਤੋਂ, ਰਾਈਟ, ਬਹੁਤ ਜ਼ਿਆਦਾ। ਤੇ ਸਾਡੀ ਵੀ VTV ਕੈਨੇਡਾ ਦੀ ਵੀ ਇਹੀ ਜੋ ਸਾਡੀ ਆਪਾਂ ਕਹਿ ਦਈਏ ਕਿ ਕੋਸ਼ਿਸ਼ ਆ, ਅਸੀਂ ਉਹਨਾਂ ਨੂੰ ਪਹੁੰਚਣਾ ਚਾਹੁੰਦੇ ਹਾਂ ਉਹਨਾਂ ਦੇ ਤੱਕ, ਤੇ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਫ ਯੂ ਕੈਨ ਡੂ ਇਟ, ਦੇ ਕੈਨ ਡੂ ਇਟ ਐਜ਼ ਵੈਲ, ਰਾਈਟ? ਮੈਂ ਆਲਵੇਜ਼ ਮੈਂ ਆਪਣੀਆਂ ਸਪੈਸ਼ਲੀ ਇਮੀਗ੍ਰੈਂਟਸ ਭੈਣਾਂ ਨੂੰ ਕਹਿੰਦੀ ਹੁੰਦੀ ਆ, ਕਈ ਵਾਰੀ ਉਹ ਸੋਚਦੀਆਂ ਮੇਰੇ ਵਾਂਗੂ ਹੀ ਪੰਜਾਬ ਤੋਂ ਆਈਆਂ ਹੋਈਆਂ ਜਾਂ ਹੋਰਾਂ ਕੰਟਰੀਆਂ ਤੋਂ ਆਈਆਂ ਹੋਈਆਂ ਜਿੱਥੇ ਉਹਨਾਂ ਨੂੰ ਇਹ ਓਪਰਚੁਨਿਟੀ ਨਹੀਂ ਮਿਲੀ, ਜਾਂ ਜਿੱਥੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੇ ਇਹ ਓਪਰਚੁਨਿਟੀ ਨਹੀਂ ਦਿੱਤੀ ਸਪੋਰਟਸ ਖੇਡਣਾ ਜਾਂ ਬਾਹਰ ਜਾਣਾ, ਪਰ ਇਟਸ ਪੋਸੀਬਲ ਜੇ ਤੁਸੀਂ ਆਪਣਾ ਮਾਈਂਡ ਪਾ ਸਕੋ। ਪਰ ਸਭ ਤੋਂ ਵੱਡੀ ਗੱਲ ਆ ਕਿ ਸੋਸ਼ਲ ਮੀਡੀਆ, YouTube, ਗੂਗਲ ਤੇ ਇੰਨੀ ਇਨਫੋਰਮੇਸ਼ਨ ਹੈਗੀ ਆ, ਜੇ ਤੁਸੀਂ ਸੱਚੀ ਮੰਗਦੇ ਆ ਨੈਕਸਟ ਲੈਵਲ ਤੇ, ਐਨੀਵਨ ਕੈਨ ਡੂ। ਅੱਛਾ ਜੀ, ਮੈਂ ਇੱਕ ਗੱਲ ਦੇਖੀ ਆ, ਆਮ ਫਰੋਮ ਅ ਫਿਟਨੈਸ ਬੈਕਗਰਾਊਂਡ, ਯੂ ਆਰ ਫਰੋਮ ਅ ਫਿਟਨੈਸ ਬੈਕਗਰਾਊਂਡ, ਆਪਾਂ ਜਦੋਂ ਕੋਈ ਰੋਂਗ ਇਨਫੋਰਮੇਸ਼ਨ ਹੁੰਦੀ, ਕਿਉਂਕਿ ਜਿੱਥੇ ਰਾਈਟ ਕੰਟੈਂਟ ਆ YouTube, ਗੂਗਲ ਤੇ, ਉੱਥੇ ਬਹੁਤ ਸਾਰਾ ਰੋਂਗ ਕੰਟੈਂਟ ਵੀ ਆ, ਰਾਈਟ? ਯੂ ਮੀ ਅਦਰ ਫਿਟਨੈਸ ਫਰੀਕਸ ਕੈਨ ਫਿਗਰ ਇਟ ਆਊਟ ਕਿ ਇਹ ਰੋਂਗ ਦੱਸ ਰਹੇ ਆ। ਜਿਹੜੇ ਆਪਣੇ ਆਮ ਲੋਕੀ ਆ, ਉਹ ਕਿੱਥੋਂ ਸ਼ੁਰੂਆਤ ਕਰਨ, ਉਹ ਕਿਹੜੇ ਕੰਟੈਂਟ ਨੂੰ ਜਾ ਕੇ ਦੇਖਣ ਕਿ ਉਹਨਾਂ ਨੂੰ ਲੱਗੇ ਕਿ ਯਾ ਦਿਸ ਇਜ਼ ਸਮਥਿੰਗ ਦੈਟ ਆਈ ਕੈਨ ਡੂ? ਮੇਰਾ ਜਦੋਂ ਮੇਰੇ ਕੋਲ ਕੋਈ ਵੀ ਨਵਾਂ ਕਲਾਇੰਟ ਹੁੰਦਾ, ਮੈਂ ਆਲਵੇਜ਼ ਉਹਨਾਂ ਨੂੰ ਇੱਕੋ ਐਡਵਾਈਸ ਦਿੰਦੀ ਹੁੰਦੀ ਹੈ ਕਿ ਸਟਿਕ ਵਿਦ ਦ ਬੇਸਿਕ, ਬੋਡੀ ਵੇਟ ਸਕੁਆਟਸ, body weight lunges, planks, and also diet. Diet plays a big role. 65% is diet. Drink your water. And so ਜੇ ਛੋਟੀਆਂ ਗੱਲਾਂ ਦਾ ਖਿਆਲ ਰੱਖਣ, they can slowly build on that. And also hiring a personal trainer is a biggest investment. ਭਾਵੇਂ ਥੋੜੇ ਸਮੇਂ ਲਈ 4-5 ਸੈਸ਼ਨ ਹੀ ਹੋਣ, where they can teach you ਤੁਹਾਡਾ posture, ਤੁਹਾਡੀਆਂ basic skills, it can play a huge role. ਕਿ ਸੈਨੀ, ਜਿੱਦਾਂ ਆਪਾਂ ਗੱਲ ਕੀਤੀ ਸੀ ਹੁਣੇ ਬੇਸਿਕ ਸਕੁਆਟਸ ਦੀ, ਬੇਸਿਕ ਪਰਪਸ ਦੀ, ਜਿਹੜੀਆਂ ਕਿ ਆਪਣੇ ਵੂਮਨਸ ਨੇ ਜੋ ਘਰਾਂ 'ਚ ਨੇ, ਜੋ ਆਪਾਂ ਕਹਿੰਦੇ ਆ ਆਪਣੀਆਂ ਬੀਬੀਜੀਜ਼ ਨੇ, ਰਾਈਟ, ਦੇ ਕੈਨ ਡੂ ਇਟ। ਸੋ ਤੁਸੀਂ ਸਾਨੂੰ ਪਲੀਜ਼ ਸ਼ੋ ਕਰੋ ਕਿ ਉਹ ਕਿੱਦਾਂ ਦੀਆਂ ਐਕਸਰਸਾਈਜ਼ਸ ਨੇ ਤੇ ਉਹ ਕਿੱਦਾਂ ਉਹਨਾਂ ਨੂੰ ਇੰਪਲੀਮੈਂਟ ਕਰ ਸਕਦੇ ਆ ਇਨ देयर ਡੇਲੀ ਲਾਈਫ, ਰਾਈਟ? ਆਫ ਕੋਰਸ ਤੁਹਾਨੂੰ ਬੇਸਿਕ ਸਕੁਆਟਸ ਬਾਰੇ ਦੱਸਣ ਜਾ ਰਹੀ ਹਾਂ। ਸੋ ਮੇਰਾ ਮੋਸਟਲੀ ਜਦੋਂ ਮੈਂ ਪਹਿਲੇ ਨਵੇਂ ਕਲਾਇੰਟ ਨੂੰ ਅਸੈਸ ਕਰਦੀ ਹਾਂ, ਇਹ ਹੁੰਦਾ ਆ ਕਿ ਉਹ ਸਕੁਆਟ ਕਰਕੇ ਦਿਖਾਉਣ। ਤੁਹਾਨੂੰ ਇਹ ਹੈ ਕਿ ਤੁਹਾਡੇ ਜਿਹੜੇ ਪੈਰ ਆ, ਸ਼ੋਲਡਰ ਵਿਡਥ ਅਪਾਰਟ ਓਪਨ ਰੱਖਿਓ, ਜਿੰਨੇ ਤੁਹਾਡੇ ਮੋਢੇ ਚੌੜੇ ਆ ਓਪਨ ਹੋਣ। ਜਸਟ ਜੇ ਤੁਸੀਂ ਕਦੇ ਸਕੁਆਟਸ ਕੀਤੀ ਨਹੀਂ, ਈਵਨ ਤੁਸੀਂ ਚੇਅਰ ਵੀ ਰੱਖ ਸਕਦੇ ਆਪਣੇ ਘਰ ਦੇ ਵਿੱਚ। ਜਸਟ ਸੋਚ ਲਓ ਤੁਸੀਂ ਚੇਅਰ 'ਤੇ ਬਹਿਣਾ ਆ ਅਤੇ ਉੱਠਣਾ ਆ। That's it. That's the movement. You're gonna sit back while you're keeping your spine. Don't ਤੁਸੀਂ shoulder drop ਨਹੀਂ ਕਰਨੇ ਹੈਗੇ। ਜਦੋਂ ਤੁਸੀਂ ਬੈਠਣਾ ਆ, ਆਪਣੀਆਂ hips ਨੂੰ ਬਸ ਪਿੱਛੇ ਚੇਅਰ ਦੇ ਨਾਲ ਟੱਚ ਕਰਨਾ ਆ ਤੇ ਅਪ ਹੋਣਾ ਆ, ਐਂਡ ਦੈਟਸ ਦਾ ਮੂਵਮੈਂਟ। ਇਟਸ ਦਾ ਮੋਸਟ ਬੇਸਿਕ ਐਕਚੁਅਲੀ exercise of any movement. Everyone needs to know squats. So ਬਹੁਤ ਆਪਾਂ ਇਹਨੂੰ ਸਿੰਪਲ ਰੱਖਣਾ ਆ। ਆਪਣੇ ਪੈਰਾਂ ਨੂੰ ਤੁਸੀਂ, ਤੁਹਾਡੇ ਮੋਢੇ ਜਿੰਨੇ ਆ, ਤੁਹਾਡੇ ਪੈਰ ਖੁੱਲੇ ਹੋਣ, ਕਲੋਜ਼ ਨਾ ਹੋਣ, ਜ਼ਿਆਦਾ ਖੁੱਲੇ ਨਾ ਹੋਣ, ਜਸਟ ਯੋਰ ਸ਼ੋਲਡਰ ਵਿਡਥ ਅਪਾਰਟ, ਜਿੰਨੇ ਤੁਹਾਡੇ ਮੋਢੇ ਚੌੜੇ ਆ। ਤੁਸੀਂ ਇਹੀ ਪ੍ਰਟੈਂਡ ਕਰਨਾ ਪਿੱਛੇ ਤੁਹਾਡੇ ਚੇਅਰ ਪਈ ਆ, and you're sitting in the chair, getting up, and that's the movement, and do it. ਤੁਸੀਂ ਇੱਦਾਂ ਕਰ ਸਕਦੇ ਹੋ ਕਿ 10-10 ਦੇ ਰੈਪ 4 ਕਰ ਸਕਦੇ ਆ। ਇਹਦੇ ਨਾਲ ਇਹ ਆ ਕਿ ਤੁਹਾਡੀਆਂ ਲੱਤਾਂ ਨੂੰ, ਕੁਆਡਸ ਨੂੰ, ਹੈਮਸਟ੍ਰਿੰਗਸ ਨੂੰ ਸਟਰੈਂਥ ਮਿਲੂਗੀ। You can even hold 5 to 10 pounds dumbbell and just sit back up, and that's it. This is the movement. This is called squats. ਓਕੇ, ਮੈਂ ਜਿਹੜੀ ਤੁਹਾਨੂੰ ਐਕਸਰਸਾਈਜ਼ ਦਿਖਾਉਣ ਜਾ ਰਹੀ ਹਾਂ, ਇਹ ਲੋਅਰ ਬੈਕ ਲਈ ਆ ਮੋਸਟਲੀ। ਇਟ ਆਲਸੋ ਹੈਲਪਸ ਵਿਦ ਦ ਕੋਰ। ਕਈਆਂ ਬੀਬੀਆਂ ਨੂੰ ਲੋਅਰ ਬੈਕ ਦਾ ਇਸ਼ੂ ਬਹੁਤ ਹੁੰਦਾ, ਸਪੈਸ਼ਲੀ ਮੈਨੂੰ ਸੀਗਾ ਆਫਟਰ ਗਿਵਿੰਗ 2 ਬਰਥ ਐਂਡ ਹੈਵਿੰਗ 2 C ਸੈਕਸ਼ਨ। ਇਹ ਜਿਹੜੀ ਐਕਸਰਸਾਈਜ਼ ਆ, ਇਹ ਤੁਹਾਡੀ ਲੋਅਰ ਬੈਕ ਨੂੰ ਸਟਰੋਂਗ ਬਣਾ ਸਕਦੀ ਹੈ। ਸੋ ਇਟਸ ਵੈਰੀ ਬੇਸਿਕ। ਤੁਸੀਂ ਘਰ ਵਿੱਚ ਰੈਗ 'ਤੇ ਲੰਮੇ ਪੈ ਸਕਦੇ ਆ। ਮੇਕ ਸ਼ੋਰ ਯੋਰ ਫੀਟ, ਤੁਹਾਡੇ ਜਿਹੜੇ ਆ ਗੋਡੇ ਆ ਤੁਹਾਡੀਆਂ ਹਿਪਸ ਦੇ ਉੱਪਰ ਆ, ਅਤੇ ਤੁਹਾਡੇ ਜਿਹੜੇ ਹੱਥ ਆ ਓਵਰ ਯੋਰ ਸ਼ੋਲਡਰਸ, ਐਂਡ ਜਿਹੜਾ ਓਪੋਜ਼ਿਟ ਹੈਂਡ ਆ, ਓਪੋਜ਼ਿਟ ਲੈਗ ਆ, ਇਟ ਗੋਜ਼ ਡਾਊਨ ਸਲੋਲੀ। ਸਟਰੈਚ, ਇਹਨੂੰ ਵਾਪਸ ਲੈ ਕੇ ਆਉਣਾ, ਫਿਰ ਦੂਜੇ ਨੂੰ ਲੈ ਕੇ ਜਾਣਾ। ਸੋ ਇੱਦਾਂ ਤੁਸੀਂ 10 ਰੈਪਸ ਕਰਨੇ ਆ ਔਨ ਬੋਥ ਸਾਈਡਸ ਐਂਡ ਡੂ 3 to 4 ਸੈਟਸ। ਸੋ ਇੱਕ ਹੋਰ ਐਕਸਰਸਾਈਜ਼ ਆ ਜਿਹੜੀ ਕਿ ਆਲਸੋ ਲੋਅਰ ਬੈਕ ਲਈ ਅਤੇ ਕੋਰ ਲਈ ਆ। ਸਿਮਿਲਰ ਆਈਡੀਆ, ਪਰ ਆਪਾਂ ਓਪੋਜ਼ਿਟ ਡਾਇਰੈਕਸ਼ਨ ਵਿੱਚ ਕਰਨੀ ਆ। ਇਹਨੂੰ ਕਹਿੰਦੇ ਆ ਬਰਡ ਡੌਗ। ਤੁਸੀਂ ਆਪਣੇ ਹੱਥ ਤੁਸੀਂ ਰੱਖਣੇ ਆ ਅੰਡਰ ਯੋਰ ਸ਼ੋਲਡਰਸ, ਯੋਰ ਨੀਜ਼ ਗੋਜ਼ ਅੰਡਰ ਯੋਰ ਹਿਪਸ, ਕੀਪ ਯੋਰ ਕੋਰ ਟਾਈਟ ਐਂਡ ਸਟਰੋਂਗ। ਤੁਹਾਨੂੰ ਇਹ ਫੀਲ ਹੋਣਾ ਚਾਹੀਦਾ ਹੈ ਕਿ ਤੁਹਾਡਾ ਜਿਹੜਾ ਬੈਲੀ ਬਟਨ ਆ, ਇਟਸ ਗੋਇੰਗ ਟੁਵਰਡਸ ਸਪਾਈਨ, ਐਂਡ ਤੁਸੀਂ ਓਪੋਜ਼ਿਟ ਹੈਂਡ
and arm upper air ਵਿੱਚ ਚੁੱਕਣੀ ਆ. Keep your head down, your chin tucked in, bring it back, then opposite side. So ਇਹ ਜਿਹੜੀ ਐਕਸਰਸਾਈਜ਼ ਆ ਇਹਦੇ ਵੀ ਤੁਸੀਂ 10 reps ਕਰਨੇ ਆ on each side ਤੇ 4 sets ਕਰਨੇ ਆ. That will build your lower back. ਜਿੱਦਾਂ ਕਿ ਆਪ ਸਭ ਜੀ ਨੇ ਦੇਖ ਹੀ ਲਿਆ ਹੈ ਕਿ ਸੈਂਡੀ ਨੇ ਕਿੰਨੇ ਪਿਆਰੇ ਤਰੀਕੇ ਨਾਲ, ਕਿੰਨੇ ਸਿੰਪਲ ਤਰੀਕੇ ਨਾਲ, ਬਹੁਤ ਹੀ ਇੰਪੋਰਟੈਂਟ ਐਕਸਰਸਾਈਜ਼ਸ ਹੁੰਦੀਆਂ ਨੇ ਜਿਹੜੀਆਂ ਫਿਟਨੈਸ 'ਚ ਮੰਨੀਆਂ ਜਾਂਦੀਆਂ ਨੇ, ਉਹ ਕਿੰਨੇ ਬੇਸਿਕ ਪਲਾਨ ਦੇ ਨਾਲ, ਬੇਸਿਕ ਪੋਸਚਰ ਦੇ ਨਾਲ ਸਮਝਾਇਆ ਨੇ. ਆਓ ਕਰਦੇ ਹਾਂ ਸੈਂਡੀ ਦੇ ਨਾਲ ਹੋਰ ਗੱਲਬਾਤ. ਚਲੋ ਜੀ, ਥੈਂਕ ਯੂ ਸੋ ਮਚ. ਓਕੇ ਜੀ, ਨਾਓ ਆਪਾਂ ਜਾਣਦੇ ਹਾਂ ਕਿ ਜਿਹੜੇ ਆਪਣੇ ਆਪਾਂ ਕਹਿ ਦਿਓ ਜੋ ਮਦਰਸ ਨੇ, ਹਾਊਸ ਵਾਈਫਸ ਨੇ, ਜਾਂ ਕਿ ਆਪਾਂ ਕਹਿ ਦੇ ਕਿ ਜੋ ਡੇਲੀ ਵਰਕਰਸ ਨੇ, ਹੈ ਨਾ, there is the biggest myth in brown community and even in the entire world कि exercising or lifting heavy is something that we should do in order to build our body, right? ਤੇ ਪਰ ਉਹਨਾਂ ਨੂੰ ਇਹ ਨਹੀਂ ਪਤਾ, ਹਾਂਜੀ ਹਾਂਜੀ, there you go. So ਉਹਨਾਂ ਨੂੰ ਇਹ ਨਹੀਂ ਪਤਾ ਕਿ ਖਾਣ ਦੇ ਵਿੱਚ ਜਿਹੜੀ ਨਿਊਟ੍ਰੀਸ਼ਨ ਆ ਉਹ ਜ਼ਿਆਦਾ ਬਿਗੇਸਟ ਪਰਸੈਂਟੇਜ ਆ ਜਿਹੜੀ ਉਹਦੀ ਉਹ ਰੋਲ ਪਲੇ ਕਰਦੀ ਆ. ਤੁਸੀਂ ਸਾਡੇ ਨਾਲ ਸ਼ੇਅਰ ਕਰੋ ਕਿ ਜਿਹੜੀਆਂ ਹਾਊਸ ਵਾਈਫਸ ਨੇ, ਮਦਰਸ ਨੇ, ਜਾਂ ਜਿਹੜੇ ਆਪਣੇ ਡੇਲੀ ਵਰਕਰਸ ਨੇ, ਉਹ ਕਿੱਦਾਂ ਸਟਾਰਟ ਕਰਨ ਟੂ ਬੀ ਹੈਵਿੰਗ ਅ ਨਿਊਟ੍ਰੀਸ਼ਨ ਡਾਈਟ. ਤੁਸੀਂ ਬਿਲਕੁਲ ਇਹ ਗੱਲ ਸਹੀ ਕੀਤੀ ਆ. ਇਵਨ ਇਨਕਲੂਡਿੰਗ ਮੀ, ਮੈਨੂੰ ਇਹ ਸੀਗਾ ਕਿ ਐਕਸਰਸਾਈਜ਼ ਕਰਨ ਨਾਲ, ਭਾਰ ਚੁੱਕਣ ਨਾਲ, ਨੱਠਣ ਨਾਲ ਹੀ ਭਾਰ ਲੂਸ ਹੁੰਦਾ ਹੈ, ਪਰ ਸੱਚ ਦੱਸਾਂ 65 to 70% ਇਜ਼ ਨਿਊਟ੍ਰੀਸ਼ਨ. ਜੇ ਤੁਹਾਡੀ ਡਾਈਟ ਗੁੱਡ ਆ ਤਾਂ ਐਕਸਰਸਾਈਜ਼ ਤਾਂ ਜਸਟ 20% ਆ. ਉੱਤੋਂ 10% ਜਿਹੜਾ ਰਹਿ ਜਾਂਦਾ ਤੁਹਾਡਾ ਸਟ੍ਰੈਸ ਲੈਵਲ ਆ, ਕਿ ਤੁਹਾਡਾ ਸਲੀਪਿੰਗ ਪੈਟਰਨ ਕਿੱਦਾਂ ਆ, ਲੇਟ ਨਾਈਟ ਨਹੀਂ ਸੌਂਦੇ ਜਾਂ 7 ਤੋਂ 8 ਘੰਟੇ ਰੈਸਟ ਕਰਦੇ ਆ. ਸੋ ਜਦੋਂ ਆਪਾਂ ਫੂਡ 'ਤੇ ਆਉਂਦੇ ਆ, ਦੇਅਰ ਆਰ so many perceptions, especially in our community. I have lots of women clients who have iron deficiency because most of them are vegetarian. So ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਨੇ ਖਾਣਾ ਕੀ ਆ. ਨਾਰਮਲੀ ਉਹਨਾਂ ਨੂੰ ਦਾਲ ਰੋਟੀ ਆਪਾਂ ਸਿੰਪਲ ਚੀਜ਼ ਨਾਲ ਸਟਿਕ ਹੋਈਦਾ ਆ. ਮੇਰੀ ਸਭ ਤੋਂ ਵੱਡੀ ਐਡਵਾਈਸ ਮੇਰੇ ਕਲਾਇੰਟਾਂ ਨੂੰ ਹੁੰਦੀ ਆ, ਪ੍ਰੋਸੈਸਡ ਫੂਡ ਅਵੋਇਡ ਕਰੋ. ਬਿਲਕੁਲ ਕੱਟ ਡਾਊਨ ਪ੍ਰੋਸੈਸਡ ਫੂਡ. ਜਿਹੜਾ ਪ੍ਰੋਸੈਸਡ ਫੂਡ ਆ ਉਹਦੇ ਵਿੱਚ ਨਾ ਹੀ ਕੋਈ ਨਿਊਟ੍ਰੀਸ਼ਨ ਵੈਲਿਊ ਆ, ਫੁੱਲ ਆਫ ਸੋਡੀਅਮ ਆ, ਉੱਥੇ ਹੀ ਮੋਸਟਲੀ ਆਪਣਾ ਭਾਰ ਗੇਨ ਹੁੰਦਾ ਹੈ. ਪ੍ਰੋਸੈਸਡ ਫੂਡ ਹੁੰਦਾ ਜਿੱਦਾਂ ਆਪਾਂ ਕਿਸੇ ਸਟੋਰ 'ਚੋਂ ਬਣਿਆ ਬਣਾਇਆ ਖਾਣਾ ਲਿਆ ਕੇ ਮਾਈਕ੍ਰੋਵੇਵ ਵਿੱਚ ਵਾਰਮ ਅਪ ਕਰ ਲਿਆ, ਕਿਉਂਕਿ ਇੱਥੇ ਲਾਈਫ ਇੰਨੀ ਕੁ ਬਿਜ਼ੀ ਆ, ਸਾਡੇ ਕੋਲ ਕਈ ਵਾਰੀ ਕੁੱਕ ਕਰਨ ਨੂੰ ਟਾਈਮ ਨਹੀਂ ਹੁੰਦਾ. ਅਸੀਂ ਬਣਿਆ ਬਣਾਇਆ ਖਾਣਾ ਲੈ ਆਈਦਾ ਜਾਂ ਰੈਸਟੋਰੈਂਟ ਵਿੱਚ ਲੈ ਆਈਦਾ, ਵਾਰਮ ਕਰਕੇ ਖਾ ਲਈਦਾ ਆ. ਪਰ ਇਹ ਤੋਂ ਮੈਂ ਸਭ ਤੋਂ ਵੱਡੀ ਗੱਲ ਕਹੂੰਗੀ, ਸਿੰਪਲਿਸਿਟੀ ਇਜ਼ ਦਾ ਕੀ. ਕੀਪ ਯੋਰ ਫੂਡ ਸਿੰਪਲ. ਜਿੱਦਾਂ ਕਿ ਸਵੇਰ ਨੂੰ ਓਟਸ ਖਾ ਲੈਣੇ, ਬਹੁਤ ਸਿੰਪਲ ਆ ਖਾਣੇ. ਪਾਣੀ ਦੇ ਵਿੱਚ ਤੁਸੀਂ ਬੋਇਲ ਕਰ ਲੈਣੇ, ਨਟਸ ਨਾਲ ਲੈ ਕੇ ਜਾਣੇ ਆ. ਪ੍ਰੋਟੀਨ ਸ਼ੇਕ ਮੈਂ ਜ਼ਰੂਰ ਐਡਵਾਈਸ ਕਰਦੀ ਹਾਂ, ਕਿਉਂਕਿ ਪ੍ਰੋਟੀਨ ਇਨਟੇਕ ਬਹੁਤ ਘੱਟ ਹੁੰਦੀ ਆ ਆਪਣੇ ਵਿੱਚ. ਐਟਲੀਸਟ ਹੈਵ ਅ ਪ੍ਰੋਟੀਨ ਸ਼ੇਕ ਪਾਣੀ ਵਿੱਚ ਪਾ ਕੇ ਜਾਂ ਆਲਮੰਡ ਮਿਲਕ ਵਿੱਚ ਪਾ ਕੇ, ਉਹ ਤੁਸੀਂ 1 ਤੋਂ 2 ਵਾਰੀ ਦਿਹਾੜੀ 'ਚ ਪੀ ਸਕਦੇ ਆ. ਫਿਰ ਆਪਣਾ ਪਾਣੀ ਅਪ ਟੂ ਡੇਟ ਰੱਖੋ. ਪਾਣੀ ਬਹੁਤ ਘੱਟ ਪੀਂਦੇ ਆ ਅਸੀਂ, ਚਾਹ 'ਤੇ ਜ਼ੋਰ ਲਾਈ ਜਾਂਦੇ ਆ, ਜਿਹੜੀ ਕਿ ਬਿਲਕੁਲ ਹੈਲਥੀ ਨਹੀਂ ਗੀ. 3 ਤੋਂ 4 ਲੀਟਰ ਜੇ ਤੁਸੀਂ ਦਿਹਾੜੀ 'ਚ ਪਾਣੀ ਪੀਂਦੇ ਆ, ਉਹਦੇ ਨਾਲ ਵੀ ਤੁਹਾਡੀ ਜਿਹੜੀ ਬੋਡੀ ਆ ਫਲਸ਼ ਆਊਟ ਕਰੀ ਜਾਂਦੀ ਆ. ਅਤੇ ਸਪਲੀਮੈਂਟਸ, ਆਪਾਂ ਕਈ ਵਾਰੀ ਸਪਲੀਮੈਂਟਸ ਨੂੰ ਬਹੁਤ ਅੰਡਰਰੇਟਡ ਕਰੀਦਾ ਆ, ਕਿਉਂਕਿ ਆਪਾਂ ਨੂੰ ਸਾਰੇ ਜਿਹੜੇ ਆ ਨਿਊਟ੍ਰੀਐਂਟਸ ਆ ਫੂਡ ਤੋਂ ਨਹੀਂ ਮਿਲਦੇ. ਜੇ ਆਪਾਂ ਹੈਲਥੀ ਖਾਣਾ ਵੀ ਖਾਂਦੇ ਆ, ਆਪਣੀ ਬੋਡੀ ਸਾਰਾ ਨਿਊਟ੍ਰੀਐਂਟ ਅਬਜ਼ੌਰਬ ਨਹੀਂ ਕਰਦੀ. ਸੋ ਵੀ ਨੀਡ ਦੋਜ਼ ਸਪਲੀਮੈਂਟਸ ਟੂ ਟੌਪ ਅਪ ਆਵਰ ਹੈਲਥ. ਤੇ ਇੱਕ ਇਦਾਂ ਦੀ ਮਿਥ ਆ ਕਿ ਸਾਰੇ ਕਹਿੰਦੇ ਕਿ ਜੀ ਅਸੀਂ ਪ੍ਰੋਟੀਨ ਪਾਊਡਰ ਨਹੀਂ ਖਾਣਾ. ਆਪਾਂ ਆਪਣੇ ਜਿਹੜੇ ਕਿ ਜਿੱਦਾਂ ਆਪਣੇ ਭਾਈ ਭੈਣ ਆ, ਆਪਣੇ ਸਾਰੇ ਵਿਊਅਰਸ ਆ, ਉਹਨਾਂ 'ਚੋਂ ਕਈ ਇਸ ਟਾਈਮ ਸੋਚ ਰਹੇ ਹੋਣੇ ਆ ਕਿ ਯਾਰ ਪ੍ਰੋਟੀਨ ਨਹੀਂ ਖਾਣਾ, ਦੈਟਸ ਬੈਡ. they'll go for a burger from any other burger shop, but ਜਿਹੜਾ ਪ੍ਰੋਟੀਨ ਪਾਊਡਰ ਆ ਉਹ ਉਹਨਾਂ ਨੂੰ ਮਾੜਾ ਲੱਗਦਾ. right? Isn't that funny though? ਉਹਨਾਂ ਨੇ ਚਿਪਸਾਂ ਦਾ ਪੈਕੇਟ ਜਦੋਂ ਸੋਫੇ ਤੇ ਬੈਠੇ ਉਹਨਾਂ ਈਜ਼ੀਲੀ ਖਾ ਲੈਣਾ, ਕੁੱਕੀਆਂ ਖਾ ਲੈਣੀਆਂ, ਕਦੀ ਨਹੀਂ ਦੇਖਣਾ ਇਹਦਾ ਇਫੈਕਟ ਕੀ ਆ. ਪਰ ਜਦੋਂ ਤੁਸੀਂ ਉਹਨਾਂ ਨੂੰ ਕੋਈ ਰਾਈਟ ਚੀਜ਼ ਐਡਵਾਈਸ ਕਰਦੇ ਹੋ ਤੇ ਇਫੈਕਟ ਪੁੱਛਦੇ ਆ. ਮੈਂ ਉਹਨਾਂ ਨੂੰ ਇਹੀ ਸਵਾਲ ਪੁੱਛਦੀ ਹੁੰਦੀ ਆ, ਮੈਂ ਕਹਿੰਦੀ ਤੁਸੀਂ ਚਿਪਸ ਕਿੰਨੇ ਖਾਂਦੇ ਆ ਜਾਂ ਕੁਕੀਜ਼ ਕਿੰਨੇ ਖਾਂਦੇ, ਉਹਨਾਂ 'ਤੇ ਕਦੀ ਇਫੈਕਟ ਦੇਖਿਆ? Protein does not have a bad effect, especially for vegetarian people. These people, they need protein intake. ਜੇ ਤੁਸੀਂ ਇੱਕ ਪ੍ਰੋਟੀਨ ਸ਼ੇਕ ਦਿਹਾੜੀ 'ਚ ਪੀਂਦੇ ਵੀ ਆ, it will top up your protein intake, especially for ਬੀਬੀਆਂ. Please don't actually miss your protein intake. I totally recommend them. ਹਾਂਜੀ, ਪਰਫੈਕਟ. ਤੇ ਹੁਣ ਆਪਾਂ ਜਿੱਦਾਂ ਦੇਖੀਏ ਸਪੈਸ਼ਲੀ ਕੈਨੇਡਾ 'ਚ, ਕਿਉਂਕਿ ਇੱਥੇ ਆਪਾਂ ਇੰਨਾ ਕਹਿੰਦੇ ਕਿ ਸਾਗ ਖਾਣ ਨੂੰ ਨਹੀਂ ਮਿਲਦਾ, ਰਾਈਟ? ਪਰਫੈਕਟ. ਸੋ ਜਿਹੜੀਆਂ ਆਇਰਨ ਡੈਫੀਸ਼ੀਐਂਸੀ ਆ ਉਹ ਬਹੁਤ ਹਾਈ ਰੇਟ 'ਤੇ ਆ, ਸਪੈਸ਼ਲੀ ਇਨ ਕੈਨੇਡਾ, ਨਾਟ ਈਵਨ ਇਨ ਬਰਾਊਨ ਕਮਿਊਨਿਟੀ, ਇਟਸ ਬੇਸਿਕਲੀ ਆਲ ਵੂਮਨਸ ਅਰਾਊਂਡ ਹੇਅਰ. ਜਿਹੜੇ ਕਿ ਬੱਚੇ ਵੀ ਆ, ਮੈਂ ਹੈਰਾਨ ਹੋ ਰਿਹਾ ਕਿ ਜਿਹੜੇ ਲੜਕੀਆਂ ਆ, ਹੈ ਨਾ, ਬੱਚੀਆਂ, ਉਹਨਾਂ 'ਚ ਵੀ ਆਇਰਨ ਡੈਫੀਸ਼ੀਐਂਸੀ ਬਹੁਤ ਆ ਰਹੀ. 16 ਸਾਲਾਂ ਦੀ ਏਜ 'ਚ ਆ ਜਾਂਦੀ ਆ, 17 ਸਾਲਾਂ ਦੀ ਏਜ 'ਚ ਆ ਜਾਂਦੀ ਆ. ਉਹਨੂੰ ਕਿੱਦਾਂ ਓਵਰਕਮ ਕਰਨ? ਪਤਾ ਗੱਲ ਕੀ ਆ, ਆਪਾਂ ਇੱਥੇ ਇੱਦਾਂ
ਇੱਦਾਂ ਦੀ ਮੋਸਟਲੀ ਆਪਣਾ ਇਨਵਾਇਰਨਮੈਂਟ ਇੱਦਾਂ ਦਾ ਹੈ ਕਈ ਵਾਰੀ ਆਪਾਂ ਨੂੰ ਸਨਸ਼ਾਈਨ ਇਨਫ ਨਹੀਂ ਮਿਲਦੀ ਵਿਟਾਮਿਨ ਡੀ ਜਿਹੜਾ ਅਬਜ਼ੌਰਬ ਨਹੀਂ ਕਰਦਾ ਜਦੋਂ ਆਪਣੀ ਬਾਡੀ ਵਿੱਚ ਵਿਟਾਮਿਨ ਡੀ ਜਾਂ ਵਿਟਾਮਿਨ B12 ਦੀ ਘਾਟ ਹੋਵੇ ਜਿਹੜਾ ਫੂਡ ਵਿੱਚ ਐਕਚੁਅਲੀ ਆਇਰਨ ਹੁੰਦਾ ਹੈ ਆਪਣੀ ਬਾਡੀ ਅਬਜ਼ੌਰਬ ਨਹੀਂ ਕਰਦੀ ਸੋ ਇਹ ਵਾਲੀ ਐਕਚੁਅਲੀ ਬਹੁਤ ਇੰਪੋਰਟੈਂਟ ਹੈਗੀ ਆ ਮੇਰੇ ਕੋਲ ਜਿੰਨੀਆਂ ਵੀ ਮੇਰੀਆਂ ਐਕਚੁਅਲੀ ਮੋਸਟ ਆਫ ਮਾਈ ਕਲਾਇੰਟਸ ਦੇ ਹੈਵ ਆਇਰਨ ਡੈਫੀਸ਼ੀਐਂਸੀ ਆਈ ਡੂ ਰეკਮੈਂਡ them there are actually a couple of treatments ਹੁਣ ਮਾਰਕੀਟ ਵਿੱਚ ਅਵੇਲੇਬਲ ਆ ਕੈਨੇਡਾ ਵਿੱਚ ਰਹਿੰਦੇ ਆ ਇਹ ਸਭ ਤੋਂ ਵੱਡੀ ਆ ਇੱਕ ਤਾਂ ਹੈਗੀ ਆਇਰਨ ਆਈਵੀ ਜਿਹੜੀ ਲਵਾ ਸਕਦੇ ਆ ਉਹਦੇ ਨਾਲ 3 ਮਹੀਨੇ ਦਾ ਐਕਚੁਅਲੀ ਆਇਰਨ ਉਹ ਇਨਫਿਊਜ਼ ਕਰ ਦਿੰਦੇ ਆ ਬਾਡੀ ਦੇ ਵਿੱਚ ਤੁਹਾਨੂੰ ਰੋਜ਼ ਆਇਰਨ ਲੈਣ ਦੀ ਲੋੜ ਨਹੀਂ ਪੈਂਦੀ ਜਿਹੜਾ ਤੁਸੀਂ ਆਇਰਨ ਪੀਂਦੇ ਵੀ ਆ ਆਇਰਨ ਮੋਸਟਲੀ ਐਕਚੁਅਲੀ ਜਿਹੜਾ ਤੁਸੀਂ ਆਰਗੈਨਿਕ ਸਟੋਰਾਂ ਦੇ ਵਿੱਚ ਮੋਸਟਲੀ ਵੂਮਨਸ ਦੇ ਟੇਕ ਦੈਟ ਸਪਲੀਮੈਂਟ ਵਿਦ ਔਰੰਜ ਜੂਸ ਫਿਰ ਵੀ ਆਪਣੀ ਬਾਡੀ ਜਸਟ 30 to 40% ਹੀ ਅਬਜ਼ੌਰਬ ਕਰਦੀ ਆ ਤੁਹਾਨੂੰ ਉਸ ਆਇਰਨ ਨੂੰ ਵੀ ਟੌਪ ਅਪ ਕਰਨ ਦੀ ਲੋੜ ਆ ਤੁਸੀਂ ਇਹ ਕਰ ਸਕਦੇ ਆ ਆਇਰਨ ਦੇ ਪਤੀਲੇ ਯੂਜ਼ ਕਰ ਸਕਦੇ ਆ ਉਹਦੇ ਨਾਲ ਥੋੜ੍ਹਾ ਬਹੁਤ ਤੁਹਾਡੇ ਵਿੱਚ ਆਇਰਨ ਜਾਂਦਾ ਆ ਫਿਰ ਤੁਸੀਂ ਕਈ ਤਰ੍ਹਾਂ ਦੇ ਸੀਡਸ ਯੂਜ਼ ਕਰ ਸਕਦੇ ਆ ਜਿਹੜੇ ਆਇਰਨ ਫਿਲ ਹੁੰਦੇ ਆ ਸਪਿਨਚ ਹੁੰਦੀ ਆ ਗ੍ਰੀਨ ਵੈਜੀਟੇਬਲਸ ਸੋ ਮੀਟ ਦੇ ਤੌਰ 'ਤੇ ਤਾਂ ਮੈਨੂੰ ਇਹ ਆ ਕਿ ਮੋਸਟ ਆਫ ਆਵਰ ਵੂਮਨਸ ਆਰ ਵੈਜੀਟੇਰੀਅਨ ਜੇ ਐਗਸ ਆਪਣੀ ਡਾਈਟ ਵਿੱਚ ਐਡ ਕਰ ਸਕਦੇ ਆ ਇਹ ਸਾਰੇ ਆਇਰਨ ਮਤਲਬ ਕਿ ਥੋੜ੍ਹਾ ਜਿਹਾ ਉਹਨਾਂ ਦਾ ਬਾਡੀ ਲੈਵਲ ਵਿੱਚ ਇਨਕਰੀਜ਼ ਕਰ ਸਕਦੇ ਆ ਜਿੱਦਾਂ ਕਿ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੈ ਕਿ ਜਿਹੜੇ ਪ੍ਰੋਟੀਨ ਸ਼ੇਕਸ ਹੁੰਦੇ ਆ ਪ੍ਰੋਟੀਨ ਪਾਊਡਰਸ ਹੁੰਦੇ ਆ ਦੈਟਸ ਨਾਟ ਸਮਥਿੰਗ ਵਿਚ ਇਜ਼ ਬੈਡ ਮੈਂ ਇੱਕ ਹੋਰ ਗੱਲ ਐਡ ਕਰਨਾ ਮੰਗਦੀ ਹਾਂ ਜਿਹੜੇ ਪ੍ਰੋਟੀਨ ਪਾਊਡਰ ਹੁੰਦੇ ਆ ਇੱਥੇ ਇੰਨੀ ਕੁ ਵੈਰਾਈਟੀ ਆ ਕੈਨੇਡਾ ਦੇ ਵਿੱਚ ਕਿ ਤੁਸੀਂ ਐਕਚੁਅਲੀ ਬੈਸਟ ਕੁਆਲਿਟੀ ਬਾਈ ਕਰ ਸਕਦੇ ਆ ਜਿਹਦੇ ਵਿੱਚ ਬਹੁਤ ਘੱਟ ਪ੍ਰੀਜ਼ਰਵੇਟਿਵਸ ਐਡ ਕੀਤੇ ਹੋਏ ਆ ਵੈਜੀਟੇਰੀਅਨ ਵੀ ਆ ਕਿਉਂਕਿ ਉਹ ਤੁਹਾਡੇ ਉਹਦੇ ਵਿੱਚ ਗਲੂਟਨ ਫ੍ਰੀ ਵੀ ਆ ਸੋ ਮੇਰੇ ਖਿਆਲ ਵਿੱਚ ਉਹਦੇ ਵਿੱਚ ਕੋਈ ਐਕਸਕਿਊਜ਼ ਨਹੀਂ ਹੋਣਾ ਚਾਹੀਦਾ Perfect. So as she has explained, there are plenty of options of food, supplements, ਜਿਹੜੇ ਕਿ ਸਾਰਿਆਂ ਨੂੰ ਹੀ ਲਾਕੀ ਇੱਦਾਂ ਨਹੀਂ ਹੈ ਕਿ ਇਕੱਲੇ ਵਿਮਨਸ ਨੂੰ ਹੀ ਚਾਹੀਦੇ ਆ ਜੋ ਕਿ ਆਪਣੇ ਭਾਈ ਭੈਣ ਸਾਰੇ ਨੇ ਉਹ ਸਾਰਿਆਂ ਨੂੰ ਹੀ ਉਹ ਪ੍ਰੋਟੀਨ ਜਿਹੜੇ ਸਪਲੀਮੈਂਟਸ ਆ ਦੇ ਨੀਡਡ ਕਿਉਂਕਿ ਜੇ ਆਪਾਂ ਕਹਿ ਦਈਏ ਕਿ ਆਪਾਂ ਹੈਲਦੀ ਖਾਣਾ ਖਾਂਦੇ ਵੀ ਆ our body doesn't absorbs it. She has perfectly explained it. So ਹੁਣ ਮੇਰਾ ਅਗਲਾ ਕੁਐਸਚਨ ਇਹ ਹੈ ਕਿ there is another myth ਆਪਣੇ ਜਿਹੜੇ ਕਿ ਬੇਸਿਕ ਆਪਣੇ ਕਲਚਰ 'ਚ ਆ ਕਿ ਜਿਹੜੀਆਂ ਪ੍ਰੈਗਨੈਂਟ ਵੂਮਨਸ ਹੁੰਦੀਆਂ ਨੇ ਰਾਈਟ ਦੇ ਆਰ ਲਾਈਕ ਓਕੇ ਭਾਰ ਨਹੀਂ ਚੱਕਣਾ ਜ਼ਿਆਦਾ ਐਕਸਰਸਾਈਜ਼ ਨਹੀਂ ਕਰਨੀ ਤੁਸੀਂ ਉਹ ਤੁਸੀਂ ਮਿਥ ਬਸਟ ਕਰਦੇ ਹੋ ਅੱਜ ਤੇ ਦੱਸਦੇ ਹੋ ਕਿ ਉਹ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਉਹਦੇ ਕੀ ਇਫੈਕਟਸ ਨੇ ਚਲੋ ਇੱਕ ਗੱਲ ਆ ਕਿ ਮੈਂ ਮੰਨਦੀ ਹਾਂ ਕਿ ਤੁਹਾਨੂੰ ਹੈਵੀ weight ਨਹੀਂ ਚੁੱਕਣਾ ਚਾਹੀਦਾ ਜਿੱਦਾਂ ਸਕੁਆਟਸ ਕਰਨੀਆਂ ਸੂਮੋ ਸਕੁਆਟਸ ਕਰਨੀਆਂ ਤੁਹਾਨੂੰ ਨਹੀਂ ਕਰਨੀਆਂ ਚਾਹੀਦੀਆਂ ਪਰ ਲਾਈਟਰ weight ਬੋਡੀ weight ਇਟਸ ਨਾਟ ਗੋਨਾ ਹਰਟ ਯੂ ਗੋ ਫॉर ਅ ਵਾਕ ਯੂਜ਼ ਅ ਲਿਪਟੀਕਲ ਇਹਦੇ ਨਾਲ ਐਕਚੁਅਲੀ ਤੁਹਾਡੀ ਡਿਲੀਵਰੀ ਈਜ਼ੀ ਹੋਊਗੀ ਤੁਹਾਨੂੰ ਜਦੋਂ ਭਾਰ ਲੂਜ਼ ਕਰਨਾ ਆਫਟਰ ਡਿਲੀਵਰੀ ਬਹੁਤ ਈਜ਼ੀ ਹੋਊਗਾ just 5 to 10 pound the dumbbells it's not going to hurt anything even doctor advice doing even squats they recommend just sitting on the chair getting up doing basic exercises arms shoulders it will help with the delivery ਸੋ ਆਪਾਂ ਗੱਲ ਤਾਂ ਕਰ ਲਈ ਹੈ ਪ੍ਰੀ ਪ੍ਰੈਗਨੈਂਸੀ ਦੀ ਰਾਈਟ ਯੂਜੂਲੀ ਆਪਣੀ ਜੋ ਮਿਥ ਹੈ ਕਿ ਜੀ ਹਾਂਜੀ ਹੁਣ ਡਿਲੀਵਰੀ ਹੋ ਗਈ ਬੇਬੀਜ਼ ਹੈਲਦੀ ਮਮ ਇਜ਼ ਹੈਲਦੀ ਦੈਟ ਲਾਈਕ ਬਾਡੀ ਵੀਕ ਹੋ ਗਈ ਹੁਣ ਐਕਸਰਸਾਈਜ਼ ਨਹੀਂ ਕਰ ਸਕਦੇ ਇਹ ਮਿਥ ਵੀ ਬਸਟ ਕਰ ਦਿਓ ਅੱਜ ਸਾਡੇ ਲਈ ਪਲੀਜ਼ ਬਿਲਕੁਲ ਨਹੀਂ ਮੈਂ ਸੱਚ ਦੱਸਾਂ ਸਭ ਤੋਂ ਵੱਡੀ ਪਾਵਰ ਹੀ ਐਕਚੁਅਲੀ ਔਰਤ ਵਿੱਚ ਉਦੋਂ ਹੁੰਦੀ ਹੈ ਜਦੋਂ ਉਹ ਬਰਥ ਦਿੰਦੀ ਆ ਦੈਟਸ ਦਾ ਮੋਸਟ ਸਟਰੋਂਗੈਸਟ ਪਾਰਟ ਆਫ ਆਵਰ ਲਾਈਫ ਬੰਦੇ ਤਾਂ ਕਰ ਨਹੀਂ ਸਕਦੇ ਆਮ ਸੌਰੀ ਦੇ ਆਰ ਨਾਟ ਦੈਟ ਸਟਰੋਂਗ ਪਰ ਅਸੀਂ ਇੰਨੀਆਂ ਸਟਰੋਂਗ ਆ ਜੇ ਅਸੀਂ ਇੱਕ ਅਨਦਰ ਹਿਊਮਨ ਬਾਡੀ ਨੂੰ ਇਸ ਅਰਥ 'ਤੇ ਲੈ ਸਕਦੇ ਹਾਂ ਕਿ ਅਸੀਂ ਆਪਣੀ ਬਾਡੀ ਨੂੰ ਕਿਉਂ ਨਹੀਂ ਚੇਂਜ ਕਰ ਸਕਦੀਆਂ ਇਹ ਸਭ ਤੋਂ ਵੱਡੀ ਐਕਚੁਅਲੀ ਮਿਥ ਆ ਮੈਂ ਦੇਖੀਆਂ ਲੋਟਸ ਆਫ ਵੂਮਨ ਸਪੈਸ਼ਲੀ ਕੋਰੀਆਂ ਜਿਹੜੀ ਉਹਨਾਂ ਦੀ ਆਫਟਰ ਐਕਚੁਅਲੀ ਬੇਬੀ ਬਾਡੀ ਹੁੰਦੀ ਆ ਦੈਟਸ ਅਨਬੀਟੇਬਲ ਪਰਫੈਕਟ ਸੋ ਤੁਸੀਂ ਦੱਸੋ ਕਿ ਟਾਈਮ ਫਰੇਮ ਕੀ ਆ ਕਿ ਕਿੰਨੇ ਵੀਕਸ 'ਚ ਉਹ ਦੁਬਾਰਾ ਦੇ ਕੈਨ ਗੈਟ ਬੈਕ ਟੂ ਦ ਐਕਸਰਸਾਈਜ਼ ਔਰ ਵਰਕ ਕਿੱਦਾਂ ਕਰ ਸਕਦੇ ਆ ਉਹ ਜਾਂ ਆਪਣੇ ਆਪਣੀ ਜਿਹੜੀ ਐਕਸਰਸਾਈਜ਼ ਰੂਟੀਨ ਆ ਉਹ ਕਦੋਂ ਸ਼ੁਰੂ ਕਰਨ ਜੇ ਤਾਂ ਸੀ ਸੈਕਸ਼ਨ ਹੋਇਆ ਦੇ ਨੀਡ 6 weeks actually even doctor will recommend they have it's a big procedure so they need 6 to 8 weeks rest also if they're breastfeeding they need that time to rest eat well especially iron filled food ਮੈਂ ਤਾਂ ਸਾਰਿਆਂ ਨੂੰ ਕਹਿੰਦੀ ਹੁੰਦੀ ਆ ਕਿ ਪੰਜੀਰੀ ਆਪਣੀ ਰਜ ਕੇ ਖਾਓ ਉਹ 6 weeks ਦੇ ਵਿੱਚ ਪਿੰਨੀਆਂ ਖਾਓ ਇਹ ਆ ਕਿ ਤੁਹਾਡੀ ਜਿਹੜੀ ਇੰਟਰਨਲ ਕਿਉਂਕਿ ਤੁਸੀਂ ਇੰਨਾ ਕੁ ਬਲੱਡ ਲੂਜ਼ ਕਰਦੇ ਆ ਯੂ ਨੀਡ ਦੈਟ ਜਿਹੜੀਆਂ ਪਿੰਨੀਆਂ ਮਤਲਬ ਕਿ ਆਲ ਦੈਟ ਫੈਟ to build your internal power ਪਰ ਇਹ ਆ ਕਿ ਜੇ ਤੁਹਾਡੀ normal delivery after 4 weeks you can start slowly with the walk start with the body exercises still give yourself 6 to 8 weeks before introducing the weight okay perfect so ਦੇਖੋ ਜੀ ਆਪਾਂ ਹੁਣ ਜਿਹੜੇ ਇਹ ਦੋ ਆਪਾਂ ਕਹਿ ਦਈਏ ਕਿ ਜਿਹੜੀਆਂ ਮਿਥਸ ਸੀਗੀਆਂ ਉਹ ਆਪਾਂ ਬਸਟ ਕਰਤੀਆਂ ਕਿ ਪ੍ਰੀ ਪ੍ਰੈਗਨੈਂਸੀ ਤੇ ਪੋਸਟ ਪ੍ਰੈਗਨੈਂਸੀ workout is important in both of them
ਬਟ ਤੁਸੀਂ ਦੇਖਣਾ ਹੈ ਕਿ ਤੁਸੀਂ ਕਿੰਨੀ ਕੁ ਇੰਟੈਂਸਿਟੀ ਦਾ ਕਰ ਸਕਦੇ ਹੋ। ਇਹ ਨਹੀਂ ਕਿ ਹੈ ਹੁਣ ਜੇ ਅਸੀਂ ਕਹਿਤਾ ਕਿ ਤੁਹਾਨੂੰ ਵਰਕਆਊਟ ਕਰਨਾ ਚਾਹੀਦਾ ਕਿ ਉੱਦਾਂ ਹੀ ਜਾ ਕੇ ਭਾਰ ਚੱਕੀ ਬਿਲਕੁਲ ਜਾਓ, ਬਿਲਕੁਲ right? ਇੱਕ ਗੱਲ ਇਹ ਵੀ ਆ ਕਿ ਹਰੇਕ ਦੀ ਬਾਡੀ ਡਿਫਰੈਂਟ ਹੁੰਦੀ ਆ। ਕਈ ਲੇਡੀਜ਼ ਨੂੰ ਆਫਟਰ ਡਿਲੀਵਰੀ ਉਹਨਾਂ ਦੀ ਡਿਲੀਵਰੀ ਇੰਨੀ ਹਾਰਡ ਹੁੰਦੀ ਆ, ਦੇ ਹੈਵ ਐਕਚੁਅਲੀ ਇਸ਼ੂਜ਼, ਸੋ ਦੇ ਡੂ ਨੀਡ, ਜਿੱਦਾਂ ਕਿ ਉਹਨਾਂ ਨੂੰ ਉਹਨਾਂ ਦੇ ਡਾਕਟਰ ਪ੍ਰਸਕ੍ਰਾਈਬ ਕਰਨਗੇ ਜੇ ਉਹਨਾਂ ਨੂੰ 3-4 ਮਹੀਨੇ ਦੀ ਰੈਸਟ ਚਾਹੀਦੀ ਆ, ਪਲੀਜ਼ ਡੂ ਸੋ ਆਫਟਰ ਦੈਟ ਸਟਾਰਟ ਸਲੋਲੀ, ਸਟਾਰਟ ਵਿਦ ਦ ਵਾਕ। ਯਾ ਓਕੇ, ਨਾਓ ਮਾਈ ਨੈਕਸਟ ਕੁਐਸਚਨ ਇਜ਼ ਕਿ ਜਿਹੜੇ ਯੰਗਸਟਰਸ ਨੇ, ਜਿਹੜੇ ਆਪਣੇ ਯੂਥ ਆ, ਉਹ ਤਾਂ ਸਮਹਾਉ ਮੈਨੇਜ ਕਰ ਹੀ ਲੈਂਦਾ ਜਿਮ ਜਾਣਾ, ਵਰਕਆਊਟ ਕਰਨਾ, ਕਿਉਂਕਿ ਉਹਨਾਂ ਕੋਲ ਟਾਈਮ ਹੈਗਾ ਆ। ਨਾਓ ਮਾਈ ਟਾਰਗੇਟ ਇਜ਼ ਕਿ ਜਿਹੜੇ ਆਪਣੇ ਓਲਡ ਆ, ਜਿਹੜੇ ਆਪਣੇ ਬਾਬੇ ਨੇ ਜਾਂ ਆਪਾਂ ਕਹਿ ਦਈਏ ਆਪਾਂ ਬੀਬੀਆਂ ਨੇ, ਰਾਈਟ, ਉਹ ਕਿੱਦਾਂ ਕਰਨ, ਉਹ ਆਪਣੀ ਜਿਹੜੀ ਹੈਲਦੀ ਲਾਈਫ ਆ, ਐਕਸਰਸਾਈਜ਼ ਆ, ਉਹਨੂੰ ਕਿੱਦਾਂ ਇਨਫਿਊਜ਼ ਕਰਨ ਆਪਣੀ ਡੇਲੀ ਲਾਈਫ ਦੇ ਵਿੱਚ, ਕਿਉਂਕਿ ਦੇ ਹੈਵ ਟਾਈਮ, ਰਾਈਟ? ਆਈ ਟੋਟਲੀ ਐਗਰੀ। ਮੈਂ ਤਾਂ ਉਹਨਾਂ ਨੂੰ ਐਕਚੁਅਲੀ ਮੇਰੇ ਘਰ ਵਿੱਚ ਮੇਰੇ ਮਮ ਡੈਡ ਹੈਗੇ, ਸੱਸ ਸਹੁਰਾ ਕਾਫੀ ਐਕਟਿਵ ਨੇ। ਉਹਨਾਂ ਦੀ ਸਿੰਪਲ ਐਕਸਰਸਾਈਜ਼ ਆ, ਇਵਨ ਗਾਰਡਨਿੰਗ ਕਰਨੀ, ਇਹ ਬਹੁਤ ਵੱਡੀ ਐਕਸਰਸਾਈਜ਼ ਆ। ਦੂਜੀ ਗੱਲ ਆ ਘਰ ਦਾ ਕੰਮ ਕਰਨਾ। ਇੱਕ ਗੱਲ ਮੈਂ ਸਾਰਿਆਂ ਨੂੰ ਕਹਿੰਦੀ ਹੁੰਦੀ ਆ, ਇਵਨ ਬਹਿ ਕੇ ਕੁਛ ਕਰਨਾ, ਇਹ ਆ ਕਿ ਉਹਨਾਂ ਦੇ ਜੁਆਇੰਟ ਜਿਹੜੇ ਆ ਉਹ ਮੂਵ ਹੁੰਦੇ ਰਹਿੰਦੇ ਆ। ਦੂਜੀ ਗੱਲ ਇਹ ਵੀ ਆ ਕਿ ਕਈ ਵਾਰੀ ਬੀਬੀਆਂ ਹੋ ਜਾਂਦੀਆਂ ਹੈ ਕਿ ਨੌ ਹੈਗੀ ਆ, ਮੈਂ ਕਾਹਤੋਂ ਕੁਛ ਕਰਾਂ, ਪਰ ਸੱਚ ਦੱਸਾਂ, ਤੁਸੀਂ ਕੋਈ ਕੰਮ ਨਹੀਂ ਕਰਦੇ ਪਏ, ਤੁਸੀਂ ਇਹ ਸੋਚੋ ਤੁਸੀਂ ਆਪਣੀ ਹੈਲਥ ਲਈ ਮੂਵ ਹੋ ਰਹੇ ਆ। ਇਟਸ ਅ ਗੁੱਡ ਥਿੰਗ, ਕੰਮ ਕਰਨਾ ਤੁਹਾਨੂੰ ਹੈਲਥੀ ਰੱਖੂਗਾ। ਯਾ ਪਰਫੈਕਟ। ਸੋ ਆਪਾਂ ਥੋੜੀ ਜਿਹੀ ਨੌਲੇਜ ਲੈ ਲਈ, ਕੁਝ ਮਿਥਸ ਬਸਟ ਕਰਤੀਆਂ, ਹੁਣ ਆਪਾਂ ਜਾਣਦੇ ਹਾਂ ਥੋੜਾ ਜਿਹਾ ਅਦਰ ਸਾਈਡ ਆਫ ਯੋਰ ਲਾਈਫ, ਹੈ ਨਾ, ਕਿ yeah, two C-section, one is like really heavy on your body, but you have two, right? So ਤੁਸੀਂ ਆਪਣਾ ਮਾਈਂਡਸੈਟ ਆ ਜਿਹੜਾ ਉਹ ਕਿੱਦਾਂ ਡਿਵੈਲਪ ਕੀਤਾ ਕਿ ਨਹੀਂ ਜੀ, I'm gonna do it, I have to go back to exercising, or I'm gonna be on this bigger platform, right? ਕਈ ਕਹਿੰਦੇ ਆ ਕਿ ਅਸੀਂ ਫਿੱਟ ਹੋ ਗਏ, ਵਜਨ ਲੂਜ਼ ਕਰ ਲਿਆ, that's it. But you have gave a different definition to what fitness looks like. So ਤੁਸੀਂ ਉਹ ਸਾਨੂੰ ਦੱਸੋ, ਸਾਡੇ ਦਰਸ਼ਕਾਂ ਨੂੰ ਸਮਝਾਓ ਕਿ ਉਹ ਤੁਸੀਂ ਕਿੱਦਾਂ ਅਚੀਵ ਕੀਤਾ। ਜਿੱਦਾਂ ਮੈਂ ਪਹਿਲਾਂ ਹੀ ਮੈਂਸ਼ਨ ਕੀਤਾ ਸੀਗਾ, ਥਰੂ ਕੰਸਿਸਟੈਂਸੀ ਐਂਡ ਡਿਸਿਪਲਿਨ, ਪਰ ਬਹੁਤ ਹਾਰਡ ਸੀਗਾ। ਪਹਿਲੇ 6 ਮਹੀਨੇ ਸਪੈਸ਼ਲੀ ਆਫਟਰ ਮੈਂ 8 ਵੀਕ ਪੂਰੀ ਰੈਸਟ ਕੀਤੀ ਕਿਉਂਕਿ ਸੀ ਸੈਕਸ਼ਨ ਸੀਗਾ। ਫਿਰ ਮੈਂ ਹੌਲੀ ਹੌਲੀ ਤੁਰਨਾ ਸ਼ੁਰੂ ਕੀਤਾ। ਦੈਟਸ ਮਾਈ ਸਟੋਰੀ। ਅਤੇ ਮੈਂ ਆਪਣੀ ਸਟੋਰੀ ਦੇ ਬੇਸ 'ਤੇ ਸਾਰੀਆਂ ਭੈਣਾਂ ਨੂੰ ਦੱਸ ਰਹੀ ਹਾਂ ਕਿ ਤੁਰਨਾ ਹੌਲੀ ਹੌਲੀ ਸ਼ੁਰੂ ਕਰਨਾ, ਫਿਰ ਹੌਲੀ ਹੌਲੀ ਵੇਟ ਮਸ਼ੀਨਾਂ ਸ਼ੁਰੂ ਕੀਤੀਆਂ। ਬਿਫੋਰ ਡੂਇੰਗ ਫ੍ਰੀ ਵੇਟਸ ਆਈ ਸਟਾਰਟਡ ਡੂਇੰਗ ਮਸ਼ੀਨਸ, ਕਿਉਂਕਿ ਇਹ ਮੱਚ ਈਜ਼ੀਅਰ ਆ ਜਦੋਂ ਤੁਸੀਂ ਆਪਣਾ ਵੇਟ ਲੂਜ਼ ਕਰਨਾ ਮੰਗਦੇ ਆ। ਨਿਊਟ੍ਰੀਸ਼ਨ ਅਗੇਨ 65%, ਆਪਣਾ ਖਾਣਾ ਜੇ ਤੁਸੀਂ ਹੌਲੀ ਹੌਲੀ ਕਲੀਨ ਕਰ ਦਿਓ। ਅਤੇ ਸਟੇਜ 'ਤੇ ਪਹੁੰਚਣਾ ਐਕਚੁਅਲੀ ਦੈਟਸ ਅਨਦਰ ਸਟੋਰੀ। ਜਦੋਂ ਮੈਂ ਇੰਨਾ ਭਾਰ ਲੂਜ਼ ਕਰ ਲਿਆ, ਆਪਣੀ ਵੇਟ ਟ੍ਰੇਨਿੰਗ ਕੀਤੀ, ਮੈਂ ਪਰਸਨਲ ਟ੍ਰੇਨਰ ਰੱਖਿਆ ਸੀਗਾ ਟੂ ਲਰਨ ਐਕਸਰਸਾਈਜ਼ਸ ਐਂਡ ਪੋਸਚਰ। ਮੈਨੂੰ ਯਾਦ ਆ, ਮੈਂ ਟਵਾਸਨ ਜਿਮ 'ਚ ਜਾਂਦੀ ਹੁੰਦੀ ਸੀ ਉਦੋਂ, ਅਤੇ ਮੈਨੂੰ ਕਈ ਗੋਰਿਆਂ ਨੇ ਕਿਹਾ ਕਿ ਯੂ ਹੈਵ ਦ ਬੋਡੀ ਟੂ ਕੰਪੀਟ। ਮੈਂ ਸੋਚਣਾ, ਉਹ ਮੈਂ ਕਿੱਥੋਂ ਬਿਕਨੀ ਪਾ ਕੇ, ਇੱਕ ਪਿੰਡ ਦੀ ਕੁੜੀ ਕਿੱਥੋਂ ਇਹਨਾਂ ਗੋਰਿਆਂ ਦੇ ਨਾਲ ਕੰਪੀਟੀਸ਼ਨ ਕਰ ਸਕਦੀ ਹਾਂ। ਦੈਨ ਕਾਲਸ ਲਾਈਕ ਯੈਸ ਯੂ ਸ਼ੁਡ ਡੂ ਇਟ। ਹੀ ਵਾਜ਼ ਐਕਚੁਅਲੀ ਮੋਰ ਐਕਸਾਈਟਡ ਦੈਨ ਮੀ। ਸੋ ਮੈਂ ਕਿਹਾ ਚਲੋ ਕਰ ਲੈਂਦੇ ਆ। ਪਹਿਲਾਂ ਮੇਰਾ ਕੰਪੀਟੀਸ਼ਨ ਸੀਗਾ 2012 ਵਿੱਚ, ਮੈਂ ਬਹੁਤ ਬੁਰੀ ਤਰ੍ਹਾਂ ਹਾਰੀ। ਸਾਡੀ ਜਿਹੜੀ ਕਲਾਸ ਗਰੁੱਪ ਸੀਗਾ, ਡਿਫਰੈਂਟ ਕਲਾਸਿਸ ਗਰੁੱਪ ਹੁੰਦੀਆਂ ਆ, 14 ਕੁੜੀਆਂ ਸੀ, ਸੋ ਮੈਂ 14ਵੇਂ ਪਲੇਸ 'ਤੇ ਆਈ ਹਾਂ, ਸਭ ਤੋਂ ਲਾਸਟ ਵਿੱਚ ਆਈ ਹਾਂ। ਪਰ ਇਹ ਆ ਕਿ ਉੱਥੇ ਮੇਰਾ ਕੌਨਫੀਡੈਂਸ ਬਹੁਤ ਬਿਲਡ ਹੋਇਆ, ਉੱਥੇ ਮੈਂ ਬਹੁਤ ਕੁਝ ਸਿੱਖਿਆ, ਜੱਜਸ ਕੋਲ ਫੀਡਬੈਕ ਲਈ। ਦੈਨ ਆਈ ਸਟਾਰਟਡ ਬਿਲਡਿੰਗ ਔਨ ਦੈਟ। ਕਿ ਜੀ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਤੁਸੀਂ 14th ਪਲੇਸ ਤੇ ਆਏ, ਮੋਸਟ ਜਿਹੜੇ ਆਪਣੇ ਕਿ ਬੇਸਿਕ ਹਿਊਮਨ ਮੈਂਟੈਲਿਟੀ ਹੈ, ਰਾਈਟ, ਹਾਰ ਤੋਂ ਬਾਅਦ ਬੰਦੇ ਦੀ ਬਾਡੀ ਤੇ ਬ੍ਰੇਨ ਸਾਥ ਛੱਡ ਜਾਂਦੇ ਆ ਨਾ। ਤੁਸੀਂ ਉਸ ਨੈਗੇਟਿਵਿਟੀ ਨੂੰ ਓਵਰਕਮ ਕਿੱਦਾਂ ਕੀਤਾ? ਇਹ ਦੈਟਸ ਐਕਚੁਅਲੀ ਰੀਅਲੀ ਗੁੱਡ ਕੁਐਸਚਨ। ਜਿਹੜੀ ਹਾਰ ਤੋਂ ਬਾਅਦ ਅਸੀਂ ਸਾਰੇ ਡਿਪਰੈਸ਼ਨ 'ਚ ਪੈ ਜਾਈਦਾ ਜਾਂ ਗਿਵ ਅਪ ਕਰ ਦਿੰਦਾ, ਸਪੈਸ਼ਲੀ ਅਵਰ ਯੰਗ ਜਨਰੇਸ਼ਨ ਐਂਡ ਮਾਵਾਂ। ਜਿਹੜੀਆਂ ਮਾਵਾਂ ਆ ਰੋਜ਼ ਹੀ ਗਿਵ ਅਪ ਕਰਦੀਆਂ। ਜੇ 2 ਮਹੀਨੇ ਐਕਸਰਸਾਈਜ਼ ਕਰਦੀਆਂ, ਉਹਨਾਂ ਕੋਲ ਭਾਰ ਨਹੀਂ ਲੂਜ਼ ਹੁੰਦਾ, ਦੇ ਵਿਲ ਗਿਵ ਅਪ ਐਂਡ ਗੈਟ ਬੈਕ ਟੂ ਅਨਹੈਲਥੀ ਆਪਸ਼ਨਸ। ਸੱਚ ਦੱਸਾਂ, ਉਸ ਹਾਰ ਨੇ ਐਕਚੁਅਲੀ ਮੈਨੂੰ ਸਟਰੋਂਗ ਬਣਾਇਆ, ਕਿਉਂਕਿ ਮੈਂ ਆਲਵੇਜ਼ ਸੋਚਦੀ ਹੁੰਦੀ ਹਾਂ ਕਿ ਮੇਰੇ ਬੱਚੇ ਕਿਸੇ ਹਾਈ ਪਲੇਟਫਾਰਮ 'ਤੇ ਪਹੁੰਚਣ। ਮੈਨੂੰ ਫਿਰ ਉਹਨਾਂ ਲਈ ਐਗਜ਼ਾਮਪਲ ਸੈੱਟ ਕਰਨੀ ਪੈਣੀ ਹੈ। ਜੇ ਮੈਂ ਹੀ ਗਿਵ ਅਪ ਕਰ ਦਿੱਤਾ, ਫੋਰ ਐਗਜ਼ਾਮਪਲ ਕੱਲ੍ਹ ਨੂੰ ਉਹਨਾਂ ਨੇ ਗਿਵ ਅਪ ਕਰ ਦਿੱਤਾ, ਮੈਂ ਕੌਣ ਹੁੰਦੀ ਉਹਨਾਂ ਨੂੰ ਐਡਵਾਈਸ ਦੇਣ ਵਾਲੀ ਕਿ ਨਹੀਂ, ਯੂ ਗਾਇਜ਼ ਸ਼ੁਡਨਟ ਗਿਵ ਅਪ। ਫੇਲੀਅਰ ਇਜ਼ ਨਾਟ ਅ ਗਿਵਿੰਗ ਅਪ। ਸੋ ਉਸ ਪੁਆਇੰਟ ਨੂੰ ਪ੍ਰੂਵ ਕਰਨ ਲਈ ਅਤੇ ਕੰਪੀਟੀਸ਼ਨ ਜਿੱਤਣ ਲਈ ਮੈਂ ਉਦੋਂ ਬਾਅਦ 5 ਸਾਲ ਬਾਅਦ ਦੁਬਾਰਾ ਸਟੇਜ 'ਤੇ ਸਟੈਪ ਅਪ ਕੀਤਾ, ਕਿਉਂਕਿ ਬੱਚੇ ਛੋਟੇ ਸੀਗੇ। ਦੈਨ ਆਈ ਸਟਾਰਟ ਬਿਲਡਿੰਗ ਔਨ ਮਾਈ ਕਿਡਸ। 2018 ਦੇ ਵਿੱਚ ਜਿੱਥੇ ਮੈਂ ਤੀਜੇ ਨੰਬਰ 'ਤੇ ਆਈ, ਐਂਡ ਦੈਨ 2019 ਦੇ ਵਿੱਚ ਜਿੱਥੇ ਮੈਂ ਮਾਸਟਰਸ ਵਿੱਚ, ਓਪਨਸ ਵਿੱਚ, ਦੋਨਾਂ ਵਿੱਚ ਸੈਕਿੰਡ ਆਈ। ਦੈਨ ਆਈ ਡਿਡ ਇੰਟਰਨੈਸ਼ਨਲ ਵੈਨਪ੍ਰੋ, ਜਿੱਥੇ ਮੈਂ ਆਲਸੋ ਸੈਕਿੰਡ ਆਈ। ਨਾਓ ਆਮ ਸਟੈਪਿੰਗ ਅਪ ਔਨ ਅਗੇਨ ਸਟੇਜ ਇਨ ਦਿਸੰਬਰ ਇੰਟਰਨੈਸ਼ਨਲ ਸ਼ੋ
Invent Pro. You're looking magnificent. So Thank you. ਲੱਗਦਾ ਹੈ ਕਿ ਇਸ ਵਾਰ ਤੁਸੀਂ ਪਹਿਲੇ ਕੀ ਸਾਰੀਆਂ ਪੋਜੀਸ਼ਨਾਂ ਨੂੰ ਉਹ ਕਰ ਦੇਂਗੇ। Thank you so much. Okay, perfect. ਇੱਕ ਗੱਲ ਆ ਕਿ ਮੇਰੇ ਲਈ ਜਿੱਤ ਤਾਂ ਹਾਰ ਕੋਈ ਚੀਜ਼ ਨਹੀਂ, ਮੇਰੇ ਲਈ ਸਿਰਫ ਇਹ ਆ ਕਿ ਆਪਣੇ ਆਪ ਨੂੰ ਪ੍ਰੂਵ ਕਰਨਾ, ਗਿਵਿੰਗ ਅਪ ਇਜ਼ ਨਾਟ ਐਨ ਆਪਸ਼ਨ, ਤੇ ਆਪਣੇ ਬੱਚਿਆਂ ਨੂੰ ਦੱਸਣਾ ਕਿ ਜੇ ਤੁਸੀਂ ਡਿੱਗਦੇ ਵੀ ਆ ਪਲੀਜ਼ ਉੱਥੇ ਨਾ ਰਹੋ, ਗੈਟ ਅਪ ਐਂਡ ਟਰਾਈ ਅਗੇਨ. So this is I'm doing for my kids. I want to tell my daughter as well. I always tell her, look Afsana, her name is Afsana. I lost so many times, but I'm not going to give up. ਓਕੇ ਜੀ, ਆਪਾਂ ਹੁਣ ਸੈਂਡੀ ਤੋਂ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਬਾਰੇ ਤਾਂ ਜਾਣ ਹੀ ਚੁੱਕੇ ਹਾਂ, ਪਰ ਹੁਣ ਜਾਣਦੇ ਹਾਂ ਕਿ ਉਹਨਾਂ ਦੇ ਬੱਚੇ, your kids, how do they look at you as a mom, because you're doing something different. ਤੁਸੀਂ ਬਹੁਤ ਹਟ ਕੇ ਕਰ ਰਹੇ ਹੋ ਚੀਜ਼ਾਂ ਨੂੰ। ਬਿਲਕੁਲ ਬਿਲਕੁਲ, ਐਕਚੁਅਲੀ ਮੈਂ ਆਪਣੇ ਬੱਚਿਆਂ ਨੂੰ, ਆਪਣੀ ਡਾਟਰ ਨੂੰ ਸਪੈਸ਼ਲੀ, ਮੈਨੂੰ ਹੁੰਦਾ ਕਿ ਉਹ ਵੱਡੀ ਆ, ਉਹਦੇ ਕੋਲੋਂ ਪੁੱਛਦੀ ਹੁੰਦੀ ਆ ਕਿ ਹਾਊ ਸ਼ੀ ਸੀਜ਼ ਮੀ ਕੰਪੇਅਰ ਟੂ ਅਦਰ ਮਮਸ, ਕਿਉਂਕਿ ਜਿਹੜੀ ਵੀ ਉਨੀਆਂ ਵੀ ਉਹਦੀ ਕਲਾਸਮੇਟਸ ਆ, ਕੋਈ ਮਮ ਐਕਸਰਸਾਈਜ਼ ਵਿੱਚ ਨਹੀਂ ਜਾਂ ਕੋਈ ਇੱਦਾਂ ਦੇ ਪ੍ਰੋਫੈਸ਼ਨ ਵਿੱਚ ਨਹੀਂ ਜਿੱਥੇ ਉਹਨਾਂ ਨੂੰ ਕਈ ਵਾਰੀ ਐਕਸਰਸਾਈਜ਼ ਕਰਦੀਆਂ ਦੀਆਂ ਪਿਕਚਰਾਂ ਪਾਉਣੀਆਂ ਪੈਂਦੀਆਂ ਜਾਂ ਸਟੇਜ ਤੇ ਕੰਪੀਟ ਕਰਦੀਆਂ ਆ। ਪਰ ਮੇਰੀ ਡਾਟਰ, ਸ਼ੀ ਇਜ਼ ਵੈਰੀ ਪ੍ਰਾਊਡ ਆਫ ਮੀ, ਬੋਥ ਆਫ ਮਾਈ ਕਿਡਸ ਆਰ ਵੈਰੀ ਪ੍ਰਾਊਡ ਆਫ ਮੀ, even when I ask them, are you guys are comfortable me doing this, and they are 100% with me, because this is how actually I raised them, breaking boundaries. My both kids are in wrestling. She's breaking boundaries by herself, being in that field ਜਿੱਥੇ ਕਿ ਕੁੜੀਆਂ ਨੂੰ ਇੰਨਾ ਵੱਡਾ ਹੰਗਾਰਾ ਨਹੀਂ ਮਿਲਦਾ. So I think I'm influencing them positively. ਆਲਰਾਈਟ ਸੈਂਡੀ, ਤੁਸੀਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੀਂਗੇ? ਮੇਰਾ ਮੈਸੇਜ ਮੇਰੀਆਂ ਭੈਣਾਂ ਨੂੰ, ਐਕਚੁਅਲੀ ਮੋਸਟਲੀ ਮਮਸ ਨੂੰ ਇਹ ਆ, ਪਲੀਜ਼ ਗਿਵ ਅਪ ਨਾ ਕਰਿਓ, ਕੰਸਿਸਟੈਂਸੀ ਇਜ਼ ਦਾ ਕੀ, ਸਮਟਾਈਮ ਇਟ ਟੇਕਸ ਟਾਈਮ, ਕੋਈ ਗੱਲ ਨਹੀਂ, ਤੁਸੀਂ ਹੌਲੀ ਹੌਲੀ ਚੱਲਦੇ ਰਹੋ, ਜਦੋਂ ਤੁਸੀਂ ਉਸ ਰਾਹ 'ਤੇ ਚੱਲਦੇ ਰਹਿੰਦੇ ਆ ਤੁਸੀਂ ਸਕਸੈਸ ਜ਼ਰੂਰ ਪਾਉਂਦੇ ਆ। ਐਟ ਦਾ ਐਂਡ ਮੈਂ ਸਾਰੀ ਵੀਕ ਟੀਵੀ ਟੀਮ ਦਾ, ਸਾਰੇ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਮਾਂ ਹੋ ਗਿਆ ਹੈ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਲੈਣ ਦਾ, ਫਿਰ ਮਿਲਾਂਗੇ ਇੱਕ ਨਵੇਂ ਐਪੀਸੋਡ ਤੇ ਇੱਕ ਨਵੀਂ ਸਟੋਰੀ ਦੇ ਨਾਲ। ਤਦ ਤੱਕ ਜੁੜੇ ਰਹੋ VTV ਕੈਨੇਡਾ ਦੇ ਨਾਲ। ਮੈਂ ਹਾਂ ਤੁਹਾਡਾ ਹੋਸਟ ਅਮਨਦੀਪ, ਕੈਮਰਾਮੈਨ ਰੋਬਨ ਕਨੋਜ਼ੀਆ ਦੇ ਨਾਲ। ਸਤਿ ਸ਼੍ਰੀ ਅਕਾਲ। ਫਿਟਨੈਸ ਬੂਸਟਰਸ।